ਪਿਆਰੇ ਕਿਸਾਨ ਵੀਰੋ, ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਨਵੇਂ ਵਿਸ਼ਿਆਂ 'ਤੇ ਜਾਣਕਾਰੀ ਦਿੰਦੇ ਰਹਿੰਦੇ ਹਾਂ। ਉਸੇ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਜਲੰਧਰ ਦਾ ਬਲਾਕ ਹੈ ਰੁੜਕਾ ਕਲਾਂ। ਖੇਤ ਦੇ ਵਿੱਚ ਕਿਸਾਨ ਵੀਰ ਇਕੱਠੇ ਹੋਏ ਨੇ ਅਤੇ ਨਾਲ ਹੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਦੇ ਮਾਹਰ ਵੀ ਸਾਡੇ ਕੋਲ ਨੇ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਸਾਡੇ ਵਿਚਕਾਰ ਮੌਜੂਦ ਨੇ। ਸੋ ਖੇਤ ਸਕੂਲ ਇੱਥੇ ਲੱਗਿਆ ਹੋਇਆ ਸਰੋਂ ਦੀ ਫਸਲ ਦੇ ਉੱਤੇ। ਕਿਸਾਨ ਵੀਰਾਂ ਦੇ ਮਨ ਦੇ ਵਿੱਚ ਕਾਫੀ ਸਵਾਲ ਨੇ ਸਰੋਂ ਦੀ ਫਸਲ ਸੰਬੰਧੀ ਅਤੇ ਇਹ ਜਵਾਬ ਆ ਜਿਹੜੇ ਆਪਾਂ ਮਾਹਰਾਂ ਤੋਂ ਲੈ ਕੇ ਦੇਵਾਂਗੇ। ਸਵਾਲ ਕਰਨਗੇ ਸਾਡੇ ਜਿਹੜੇ ਕਿਸਾਨ ਵੀਰ ਇੱਥੇ ਪਹੁੰਚੇ ਹੋਏ ਨੇ ਖੇਤ ਦੇ ਵਿੱਚ। ਜਿਹੜਾ ਵੀ ਇਹਨਾਂ ਨੂੰ ਕੋਈ ਸਮੱਸਿਆ ਆ ਰਹੀ ਹੈ ਖੇਤ ਦੇ ਵਿੱਚ, ਉਹ ਇਹ ਸਮੱਸਿਆ ਦਾ ਹੱਲ ਇਹਨਾਂ ਨੂੰ ਅੱਜ ਮਾਹਰ ਦੇਣਗੇ। ਸੋ ਸਭ ਤੋਂ ਪਹਿਲਾਂ ਆਏ ਹੋਏ ਮਾਹਰਾਂ ਦਾ ਅਤੇ ਕਿਸਾਨਾਂ ਦਾ ਅਸੀਂ ਇੱਥੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਤੁਹਾਡੀ ਸੇਵਾ ਦੇ ਵਿੱਚ ਹਰ ਵਕਤ ਕੰਮ ਕਰਦਾ ਰਹਿੰਦਾ ਆ। ਸੋ ਉਸੇ ਲੜੀ ਦੇ ਵਿੱਚ ਸਾਡੇ ਕੋਲ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਦੇ ਡਾਇਰੈਕਟਰ ਡਾਕਟਰ ਸੰਜੀਵ ਜੀ ਖੜ੍ਹੇ ਨੇ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਸਰੋਂ ਦੀ ਫਸਲ ਦੀ ਸਥਿਤੀ ਇਸ ਵੇਲੇ ਕੀ ਹੈ। ਡਾਕਟਰ ਸਾਹਿਬ, ਇਸ ਵੇਲੇ ਜਦੋਂ ਵੀ ਅਸੀਂ ਪੂਰੇ ਜ਼ਿਲ੍ਹੇ ਦਾ ਸਰਵੇਖਣ ਕੀਤਾ ਅਤੇ ਜਿਹੜੀ ਸਰੋਂ ਦੀ ਫਸਲ ਹੈ ਇਸ ਵੇਲੇ ਬਹੁਤ ਸੋਹਣੀ ਖੜ੍ਹੀ ਆ। ਫੁੱਲਾਂ ਫਲੀਆਂ ਜਿਹੜੀਆਂ ਫਲੀਆਂ ਵੀ ਪੈ ਗਈਆਂ ਨੇ ਅਤੇ ਫੁੱਲ 'ਤੇ ਵੀ ਹੈਗੀ ਆ। ਸੋ ਇਸ ਟਾਈਮ ਦੇ ਉੱਤੇ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਵੀ ਕੋਈ ਕੀੜਾ ਮਕੌੜਾ ਹੈਗਾ ਉਹ ਹਜੇ ਤੱਕ ਆਪਣੇ ਜਿਹੜੀ ਆਰਥਿਕ ਗਾਰ ਉਹ ਤੋਂ ਉੱਪਰ ਨਹੀਂ ਹੈਗਾ। ਕਿਤੇ ਯਾਨੀ ਕਿ ਜਿਹੜਾ ਤੇਲਾ, ਜਿਹਨੂੰ ਤੁਸੀਂ ਆਪਣੀ ਭਾਸ਼ਾ 'ਚ ਤੇਲਾ ਕਹਿੰਦੇ, ਅਸੀਂ ਉਹਨੂੰ ਚੇਪਾ ਕਹਿੰਦੇ ਹਾਂ, ਅਤੇ ਉਹਦੀ ਜਿਹੜੀ ਰਿਲੇਟਡ ਯਾਨੀ ਕਿ ਜਿਹੜੀ ਖੰਭਾਂ ਵਾਲੀ ਅਵਸਥਾ ਉਹ ਅਸੀਂ ਖੇਤਾਂ 'ਚ ਦੇਖੀ ਆ। ਪਰ ਕਿਤੇ ਵੀ ਉਹਨਾਂ ਦੇ ਬੱਚੇ ਜਿਹੜੇ ਅੱਗੇ ਜਿਹੜਾ ਨੁਕਸਾਨ ਕਰਦੇ ਆ ਉਹ ਸਾਨੂੰ ਨਹੀਂ ਮਿਲੇ। ਸੋ ਫਿਰ ਵੀ ਸਾਨੂੰ ਜਿਹੜਾ ਹੈਗਾ ਆਉਣ ਵਾਲੇ ਟਾਈਮ 'ਚ, ਜਿੱਦਾਂ ਹੁਣ ਟੈਂਪਰੇਚਰ ਜਿਹੜਾ ਹੈਗਾ ਵੱਧ ਰਿਹਾ, ਗਰਮੀ ਥੋੜ੍ਹੀ ਜਿਹੀ ਵਧੀ ਆ, ਅਤੇ ਇਹ ਹੋ ਸਕਦਾ ਵੀ ਇਹਦੀ ਜਿਹੜੀ ਹੈਗੀ ਆ ਪਾਪੂਲੇਸ਼ਨ ਜਿਹੜੀ ਹੈਗੀ ਆ, ਗਿਣਤੀ ਜਿਹੜੀ ਹੈਗੀ ਇਸ ਕੀੜੇ ਦੀ ਵਧੇ, ਅਤੇ ਉਹਨੂੰ ਫਿਰ ਅਸੀਂ ਸਰਵੇਖਣ ਕਰਦੇ ਰਹਿਣਾ ਅਤੇ ਲੋੜ ਦੇ ਅਨੁਸਾਰ ਹੀ ਜਿਹੜੀ ਹੈਗੀ ਆ, ਜਿਹੜੀ ਵੀ ਅਸੀਂ ਕੋਈ ਦਵਾਈ ਦੱਸਦੇ ਹਾਂ ਉਹ ਜਿਹੜੀ ਆ ਸਪਰੇਅ ਕਰਨੀ ਆ ਜੀ। ਸੋ ਡਾਕਟਰ ਰਿਤੂ ਰਾਜ ਖੜ੍ਹੇ ਨੇ KVK ਦੇ। ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਬਿਮਾਰੀਆਂ ਸਰੋਂ ਦੀ ਫਸਲ ਦੇ ਉੱਤੇ ਕਿਹੜੀਆਂ ਆਉਂਦੀਆਂ ਨੇ। ਜੇ ਅਸੀਂ ਬਿਮਾਰੀਆਂ ਦੇ ਬਾਬਤ ਗੱਲ ਕਰੀਏ ਤਾਂ ਸਰੋਂ ਦੇ ਵਿੱਚ ਇਸ ਤਰ੍ਹਾਂ ਕੋਈ ਬਹੁਤ ਜ਼ਿਆਦਾ ਮੇਜਰ ਜਿਹੜੀਆਂ ਬਿਮਾਰੀ ਇਸ ਟਾਈਮ ਦੇ ਹਾਲ ਦੀ ਘੜੀ 'ਚ ਨਹੀਂ ਦੇਖਣ ਨੂੰ ਮਿਲੀ। ਪਰ ਜੇ ਫਿਰ ਵੀ ਕਿਸੇ ਦੇ ਖੱਤਿਆਂ ਦੇ ਵਿੱਚ ਜਿਹੜੀ ਚਿੱਟੋ ਰੋਗ ਆ, ਚਿੱਟੋ ਦੇ ਵਿੱਚ ਜਿਹੜੇ ਪੱਤਿਆਂ ਦੇ ਉੱਤੇ ਚਿੱਟੇ ਰੰਗ ਦੇ ਧੱਬੇ ਥੱਲੇ ਪਾਸੇ ਜਿਹੜੇ ਬਣ ਜਾਂਦੇ ਨੇ, ਉਹਨਾਂ ਹਾਲਤਾਂ ਦੇ ਵਿੱਚ ਆਪਾਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਹੋਈਆਂ ਦਵਾਈਆਂ ਦੀ ਵਰਤੋਂ ਕਰੀਏ, ਸਹੀ ਢੰਗ ਨਾਲ ਕਰੀਏ, ਸਹੀ ਮਾਤਰਾ ਜਿਹੜੀ ਉਹਦੀ ਉਹ ਵਰਤੀਏ। ਅਤੇ ਜਿਹੜੀ ਆਪਾਂ ਨੋਜ਼ਲ ਵਰਤਦੇ ਹਾਂ ਉਹ ਆਪਣੀ ਨੋਜ਼ਲ ਜਿਹੜੀ ਹੈ ਕੱਟ ਵਾਲੀ ਨੋਜ਼ਲ ਨਹੀਂ ਹੋਣੀ ਚਾਹੀਦੀ। ਆਪਣੀ ਜਿਹੜੀ ਹੋਲੋ ਕੋਨ ਵਾਲੀ ਨੋਜ਼ਲ ਹੈ ਉਹ ਵਰਤ ਕੇ ਆਪਾਂ ਉੱਲੀ ਨਾਸ਼ਕ ਅਤੇ ਕੀਟਨਾਸ਼ਕਾਂ ਦਾ ਜਿਹੜਾ ਸਪਰੇਅ ਕਰਨੀ ਹੈ ਉਹਨਾਂ ਦੇ ਰਾਹੀਂ ਕਰੀਏ, ਤਾਂ ਜੋ ਆਪਾਂ ਕਿਸੇ ਵੀ ਬਿਮਾਰੀ ਜਾਂ ਕਿਸੇ ਵੀ ਕੀੜੇ ਦਾ ਪੂਰੀ ਤਰ੍ਹਾਂ ਚੰਗੇ ਤਰੀਕੇ ਨਾਲ ਉਹਦੀ ਰੋਕਥਾਮ ਹੋ ਸਕਦੀ ਹੈ। ਬਿਮਾਰੀਆਂ ਦੇ ਬਾਬਤ ਕਿਸਾਨ ਨੂੰ ਇਸ ਲਈ ਬਿਲਕੁਲ ਵੀ ਜਿਹੜੀ ਹੈ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਇਸ ਟਾਈਮ ਹਾਲ ਦੀ ਘੜੀ ਆਪਣੀ ਫਸਲ ਬਹੁਤ ਵਧੀਆ ਖੜੀ ਹੈ। ਸਾਡੇ ਖੇਤੀਬਾੜੀ ਵਿਭਾਗ ਦੇ ਮਾਹਰ ਸਾਡੇ ਵਿਚਕਾਰ ਨੇ ਗੁਰਭਗਤ ਸਿੰਘ ਜੀ, ਖੇਤੀਬਾੜੀ ਵਿਸਥਾਰ ਅਫਸਰ ਨੇ ਇਹ ਰੁੜਕਾ ਕਲਾਂ ਦੇ ਵਿੱਚ। ਇਹਨਾਂ ਨੂੰ ਪੁੱਛਦੇ ਹਾਂ ਕਿ ਖੇਤ ਸਕੂਲ ਕੀ ਹੈ, ਇਹ ਕਿੰਨੇ ਹਫ਼ਤੇ ਚੱਲਦਾ ਆ ਅਤੇ ਇਹਦੀ ਮਹੱਤਤਾ ਕੀ ਹੈ। ਡਾਕਟਰ ਸਾਹਿਬ, ਖੇਤ ਸਕੂਲ ਜਿਹੜਾ ਖੇਤੀਬਾੜੀ ਵਿਭਾਗ ਦੇ ਵਿੱਚ ਆਤਮਾ ਸਕੀਮ ਇੱਕ ਚੱਲਦੀ ਆ, ਉਹਦੇ ਤਹਿਤ ਖੇਤ ਸਕੂਲ ਲਾਇਆ ਜਾਂਦਾ। ਇਹ ਖੇਤ ਸਕੂਲ ਜਿਹੜਾ 15 ਦਿਨ ਵਾਸਤੇ ਚੱਲਦਾ ਜੀ। ਸੋ ਇਹਦੇ ਵਿੱਚ ਫਿਰ ਕਿਸਾਨ ਵੀਰਾਂ ਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਸਮੇਂ-ਸਮੇਂ 'ਤੇ ਵੱਖਰੇ ਤਰ੍ਹਾਂ ਦੇ ਖੇਤ ਸਕੂਲ ਲੱਗਦੇ ਆ। ਜਿੱਦਾਂ ਹੁਣ ਅਸੀਂ ਸਰੋਂ ਦਾ ਖੇਤ ਸਕੂਲ ਲਾਇਆ ਹੋਇਆ, ਉਹਦੇ ਵਿੱਚ ਬਿਜਾਈ ਤੋਂ ਲੈ ਕੇ ਸਰੋਂ ਦੇ ਵੱਢਣ ਤੱਕ ਅਸੀਂ ਟੋਟਲ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਨੂੰ ਮੁਹੱਈਆ ਕਰਾਉਂਦੇ ਆ। ਬੀਜ ਵੀ ਖੇਤੀਬਾੜੀ ਵਿਭਾਗ ਦੁਆਰਾ ਮੁਹੱਈਆ ਕਰਾਇਆ ਜਾਂਦਾ। ਜੋ ਵੀ ਇਹਦੇ ਉੱਤੇ ਇਨਪੁਟਸ ਆਉਂਦੇ ਨੇ ਉਹ ਖੇਤੀਬਾੜੀ ਵਿਭਾਗ ਵੱਲੋਂ ਹੀ ਮੁਹੱਈਆ ਕਰਾਏ ਜਾਂਦੇ ਨੇ। ਸੋ ਚੱਲਦੇ ਹਾਂ ਹੁਣ ਆਪਾਂ ਕਿਸਾਨਾਂ ਦੇ ਕੋਲ, ਜਿਨ੍ਹਾਂ ਨੇ ਖੇਤ ਦੇ ਵਿੱਚ ਆਪਣੇ ਸਰੋਂ ਲਾਈ ਹੋਈ ਹੈ ਜਾਂ ਕਣਕ ਲਾਈ ਹੋਈ ਆ। ਕੀ ਸਮੱਸਿਆਵਾਂ ਉਹਨਾਂ ਨੂੰ ਇਸ ਵੇਲੇ ਆ ਰਹੀਆਂ ਨੇ। ਮੇਰਾ ਨਾਮ ਬਲਜਿੰਦਰ ਸਿੰਘ ਜੀ, ਪਿੰਡ ਬੋਪਾ ਰਾਏ, ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਜੀ। ਆਪਾਂ ਕਿੰਨੀ ਸਰੋਂ ਲਾਈ ਹੋਈ ਹੈ। ਆਪਾਂ ਇਸ ਵੇਲੇ 4 ਏਕੜ ਸਰੋਂ ਦੇ ਲਾਏ ਹੋਏ ਆ ਜੀ। ਅਤੇ ਸਰੋਂ ਦੇ ਮੁਤਾਬਕ ਜਿੱਦਾਂ ਹੁਣ ਗਰਮੀ ਜ਼ਿਆਦਾ ਪੈ ਰਹੀ ਆ, ਇਸ ਗਰਮੀ ਦੇ ਵਿੱਚ ਕੁਛ ਝਾੜ ਨੂੰ ਘਟਣ ਦੇ ਲਈ ਜਾਂ ਕੁਛ ਬਿਮਾਰੀ ਆਉਂਦੀ ਆ, ਤੇਲਾ ਆਉਂਦਾ ਆ, ਉਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਜਿਹੜਾ ਆਪਾਂ ਝਾੜ ਵੀ ਪੂਰਾ ਮਿਲ ਸਕੇ ਅਤੇ ਆਪਣੀ ਫਸਲ ਵੀ ਪੂਰੀ ਭਰਪੂਰ ਰਹਿ ਸਕੇ।
ਆਪਾਂ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਆ ਸਾਨੂੰ ਵੀ ਕੋਈ ਸਲਾਹ ਦੇ ਕੇ ਜਾਣ। ਡਾਕਟਰ ਸੰਜੀਵ ਜੀ ਨੂੰ ਆਪਾਂ ਪੁੱਛਦੇ ਹਾਂ। ਤੇਲੇ ਦੀ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ, ਕਿਸ ਤਰ੍ਹਾਂ ਸਰਵੇ ਕਰਨਾ ਆ, ਥੋੜਾ ਜਿਹਾ ਕਿਸਾਨ ਵੀਰਾਂ ਨੂੰ ਆਪਾਂ ਦੱਸੀਏ। ਸੋ ਇਹਦੇ ਵਿੱਚ ਡਾਕਟਰ ਸਾਹਿਬ ਅਸੀਂ ਸਭ ਤੋਂ ਪਹਿਲਾਂ ਜਦੋਂ ਵੀ ਖੇਤ ਦੇ ਵਿੱਚ ਜਾਂਦੇ ਆ ਤਾਂ ਸਾਡਾ ਇਹ ਹੱਕ ਬਣਦਾ ਵੀ ਇਹ ਨਾ ਹੋਵੇ ਕਿ ਅਸੀਂ ਵੱਟ ਤੇ ਦੂਰੋਂ ਹੀ ਖੜੇ ਦੇਖ ਲਈਏ ਵੀ ਸਾਡੀ ਕਰੌਪ ਬਹੁਤ ਸੋਹਣੀ ਖੜੀ ਆ, ਕਿਉਂਕਿ ਇਹ ਜਿਹੜਾ ਚੇਪਾ ਹੈ ਜਾਂ ਤੇਲਾ ਜਿਹਨੂੰ ਤੁਸੀਂ ਕਹਿੰਦੇ ਹੋ ਕਾਲਾ ਤੇਲਾ, ਉਹ ਯਾਨੀ ਕਿ ਜਿੱਥੇ ਵੀ ਬੈਠ ਜਾਂਦਾ ਇੱਕ ਜਗ੍ਹਾ ਫਿਰ ਉੱਥੇ ਹੀ ਆਪਣਾ ਸਾਰਾ ਜੀਵਨ ਚੱਕਰ ਜਿਹੜਾ ਉੱਥੇ ਬਤੀਤ ਕਰਦਾ, ਉੱਥੇ ਹੀ ਉਹਨੇ ਗਾਂ ਬੱਚੇ ਦੇਈ ਜਾਣੇ ਆ, ਠੀਕ ਹੈ ਜੀ। ਉੱਥੇ ਹੀ ਉਹਨੇ ਰਸ ਚੂਸ ਕੇ ਉਹ ਜਿਹੜਾ ਜਿੰਨੀਆਂ ਫਲੀਆਂ ਜਿਹੜੀਆਂ ਨਵੀਆਂ ਬਣ ਗਈਆਂ ਉਹਨਾਂ ਨੂੰ ਉਹ ਸੁਕਾ ਦਿੰਦਾ, ਤਾਂ ਉੱਥੇ ਜਿਹੜਾ ਝਾੜ ਦਾ ਘਟਣ ਦਾ ਕਾਰਨ ਬਣਦਾ। ਸੋ ਉਹਦੇ ਵਿੱਚ ਇਹੀ ਆ ਵੀ ਆਰਥਿਕ ਗਾਰ ਯਾਨੀ ਕਿ ਜਿੱਥੇ ਨੁਕਸਾਨ ਹੋ ਸਕਦਾ ਉਹ ਕੀ ਆ ਵੀ ਤੁਸੀਂ ਖੇਤ ਦੇ ਵਿੱਚ ਚਾਹੇ ਜਿਗ ਜੈਗ ਮਤਲਬ ਤੁਸੀਂ ਯਾਨੀ ਕਿ ਤਿਰਛੇ ਟੇਢੇ ਚੱਲ ਕੇ ਦੇਖ ਲਓ ਜਾਂ ਸਿੱਧੇ ਤੁਸੀਂ 100 ਕੁ ਬੂਟਿਆਂ ਦਾ ਸਰਵੇਖਣ ਕਰਨਾ ਤੇ ਤੁਹਾਨੂੰ ਜਿੱਥੇ ਲੱਗ ਰਿਹਾ ਵੀ ਹਾਂਜੀ ਵੀ ਇੱਥੇ ਆਰਥਿਕ ਗਾਰ ਆ ਸਕਦੀ, ਉਹ ਕੀ ਆ ਵੀ ਜਾਂ ਤਾਂ ਜਿਹੜੀ ਆ ਯਾਨੀ ਕਿ ਪੂਰਾ 1 ਸੈਂਟੀਮੀਟਰ ਜਿਹੜਾ ਜਗ੍ਹਾ ਹੈਗੀ ਆ ਉਹ ਸਾਰੀ ਹਾਂ ਜਿਹੜੀ ਜਿੱਥੇ ਵੀ ਉਹਦਾ ਹਮਲਾ ਹੋਊਗਾ ਵੀ ਉਹ ਭਰੀ ਹੁੰਦੀ ਆ ਬਿਲਕੁਲ, ਠੀਕ ਹੈ ਜੀ। ਤੇ ਜਾਂ ਫਿਰ 40 ਤੋਂ 50% ਯਾਨੀ ਕਿ ਅਸੀਂ ਜਿਹੜਾ ਹੈਗਾ ਹਮਲਾ ਸਾਰੇ ਬੂਟਿਆਂ 'ਤੇ ਦੇਖੇ, ਮਤਲਬ ਵੀ ਜੇ ਤੁਸੀਂ 100 ਬੂਟੇ ਦੇਖੇ ਤੇ ਉਹ 'ਚੋਂ 40 ਤੋਂ 50 ਬੂਟਿਆਂ ਦੇ ਉੱਤੇ ਹਮਲਾ ਦਿਖਦਾ ਤਾਂ ਉਹਨੂੰ ਵੀ ਅਸੀਂ ਆਰਥਿਕ ਗਾਰ ਜਿਹੜੀ ਆ ਉਹ ਮੰਨ ਲੈਂਦੇ ਹਾਂ। ਸੋ ਜਦੋਂ ਇਹ ਦੇਖ ਲਿਆ ਔਰ ਫਿਰ ਅਸੀਂ ਸਪਰੇਅ ਵੱਲ ਨੂੰ ਜਾਣਾ ਹੈਗਾ ਬਈ ਜਿਹੜੀ ਹੈਗੀ ਆ, ਜਿਵੇਂ ਮੈਡਮ ਨੇ ਵੀ ਪਹਿਲਾਂ ਜ਼ਿਕਰ ਕੀਤਾ ਬਈ ਜਿਹੜੀ ਸਪਰੇਅ ਹੈਗੀ ਆ ਵੀ ਉਹਦੀ ਕਿੰਨੀ ਮਾਤਰਾ ਪਾਉਣੀ, ਕਿੰਨੇ ਪਾਣੀ 'ਚ ਪਾਉਣੀ ਆ। ਉਹਦੇ ਬਾਬਤ ਜੇ ਗੱਲ ਕਰੀਏ ਤਾਂ ਇੱਕ ਦਵਾਈ ਆਉਂਦੀ ਆ ਥਾਇਆਮੈਥੋਕਸਮ ਸਾਲਟ ਆ, ਟੈਕਨੀਕਲ ਹੈਗਾ, ਇਹ ਦੁਤਾਰਾ ਦੇ ਨਾਂ 'ਤੇ ਆਉਂਦੀ ਹੈ, ਇਕਟਾਰਾ ਦੇ ਨਾਂ 'ਤੇ ਆਉਂਦੀ ਹੈ। ਸੋ ਉਹਨੂੰ ਅਸੀਂ 100 ਲੀਟਰ ਪਾਣੀ ਦੇ ਵਿੱਚ 40 ਗ੍ਰਾਮ ਜਿਹੜਾ ਹੈਗਾ ਉਹ ਘੋਲ ਕੇ ਤੇ ਉਹਦੀ ਸਪਰੇਅ ਜਿਹੜੀ ਹੈਗੀ ਅਸੀਂ ਜਿੱਥੇ ਜਿੱਥੇ ਵੀ ਇਹ ਕੀੜੇ ਦਾ ਹਮਲਾ ਹੈਗਾ ਉੱਥੇ ਅਸੀਂ ਕਰ ਦੇਣੀ ਆ। ਔਰ ਦੂਜੀ ਗੱਲ ਇਹ ਹੈ ਬਈ ਜਿਵੇਂ ਪਹਿਲਾਂ ਜ਼ਿਕਰ ਹੋਇਆ ਵੀ ਅਸੀਂ ਅੱਜ ਕੱਲ੍ਹ ਕੀ ਚੱਲਣ ਹੋਇਆ ਵੀ ਭੁੰਡੀ ਪੰਪ ਬਹੁਤ ਨੇ, ਠੀਕ ਹੈ ਜੀ, ਤੇ ਸਪਰੇਅ ਹੁੰਦੀ ਆ ਜਿਵੇਂ ਇਹਦੀ ਹਾਈਟ ਥੋੜ੍ਹੀ ਜਿਹੀ ਉੱਚੀ ਹੁੰਦੀ ਆ ਤਾਂ ਜਦੋਂ ਤੁਸੀਂ ਦੇਖੋ ਵੀ ਤੁਸੀਂ ਆਪ ਕਰਦੇ ਹੋ ਜਾਂ ਤੁਹਾਡਾ ਕੰਮ ਕਰਦਾ ਤਾਂ ਉਹ ਐਂ ਸਪਰੇਅ ਚੱਲਦੀ ਆ, ਉਹਦੇ ਨਾਲ ਹੁੰਦਾ ਕੀ ਆ ਵੀ ਅੱਧੀ ਤਾਂ ਜਿਹੜੀ ਦਵਾਈ ਤੁਹਾਡੀ ਹੈਗੀ ਆ ਉਹ ਹਵਾ 'ਚ ਹੀ ਸੁੱਕ ਜਾਂਦੀ ਹੈ। ਮੇਰਾ ਨਾਮ ਬਲਜੀਤ ਸਿੰਘ ਸਰਕਾਰੀਆ ਪਿੰਡ ਢੰਡਾ ਜੀ। ਤੇ ਮੈਂ ਡਾਕਟਰ ਸਾਹਿਬ ਇਹ ਕਰਨਾ ਚਾਹੁੰਦਾ ਜਿਹੜੀ ਸਰੋਂ ਆਪਾਂ ਬੀਜਦੇ ਇਹਨੂੰ ਮੁੱਢ ਤੋਂ ਕੀੜਿਆਂ ਤੋਂ ਕਿਹੜੀ ਬਚਾ ਰੱਖਣਾ ਚਾਹੀਦਾ। ਕੀੜੇ ਪੈਂਦੇ ਜਾਂ ਜਾਨੀ ਸੁੰਡੀ ਵੀ ਪੈ ਜਾਂਦੀ ਜੰਮਦੀ ਨੂੰ ਵਿੱਚ, ਹੋਰ ਵੱਡੇ ਨੂੰ ਵੀ ਕੀੜੇ ਹੋਰ ਕਿਹੜੇ ਪੈ ਤੋਂ ਰੋਕ ਕਰ ਸਕਦੇ ਆਪਾਂ। ਡਾਕਟਰ ਸਾਹਿਬ ਸਰੋਂ ਦੀ ਫਸਲ ਦੀ ਆਪਾਂ ਗੱਲ ਕਰੀਏ ਤਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੁੱਛ ਰਿਹਾ ਕਿਸਾਨ ਵੀਰ ਕਿ ਕਿਹੜੇ ਕੀੜੇ ਆ ਜਿਹੜੇ ਇਹਨੂੰ ਲੱਗ ਸਕਦੇ ਆ। ਸੋ ਇਹਦੇ ਵਿੱਚ ਜਿਵੇਂ ਪਹਿਲਾਂ ਆਪਾਂ ਜ਼ਿਕਰ ਕੀਤਾ ਵੀ ਜਿਹੜਾ ਮੁੱਖ ਕੀੜਾ ਚੇਪਾ ਜਿਹੜਾ ਪੈਂਦਾ ਤੇਲਾ ਉਹ ਹੈ, ਉਹ ਦੋ ਤਰ੍ਹਾਂ ਦਾ ਹੁੰਦਾ, ਇੱਕ ਕਾਲਾ ਇੱਕ ਹਰੇ ਰੰਗ ਦਾ। ਉਹਦੇ ਬਾਰੇ ਤਾਂ ਆਪਾਂ ਜ਼ਿਕਰ ਕੀਤਾ ਹੀ ਆ ਵੀ ਚਾਹੇ ਥਾਇਆਮੈਥੋਕਸਮ ਦਵਾਈ ਪਾ ਲਓ, ਇਸ ਤੋਂ ਇਲਾਵਾ ਤੁਸੀਂ ਰੋਗਰ ਵੀ ਜਿਹੜੀ ਹੈਗੀ ਉਹ ਆਪਾਂ ਵਰਤ ਸਕਦੇ ਹਾਂ। ਤੇ ਕਲੋਰਪੈਰੀਫੋਸ ਜਿਹੜੀ ਰੋਗਰ ਆ ਉਹ 400 ਮਿਲੀਲੀਟਰ ਤੇ ਜਿਹੜੀ ਕਲੋਰਪੈਰੀਫੋਸ ਹੈਗੀ ਆ ਡਰਸਵਨ ਦੇ ਨਾਂ ਤੇ ਆਉਂਦੀ ਉਹ 600 ਮਿਲੀਲੀਟਰ 100 ਲੀਟਰ ਪਾਣੀ 'ਚ ਪਾ ਕੇ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹਾਂ। ਜਿਵੇਂ ਕਿ ਇਹਨਾਂ ਨੇ ਕਿਸਾਨ ਵੀਰ ਨੇ ਹੁਣੇ ਸਾਨੂੰ ਕੁਐਸਚਨ ਪੁੱਛਿਆ ਵੀ ਇਸ ਤੋਂ ਇਲਾਵਾ ਹੋਰ ਕੀ ਆਉਂਦਾ, ਤੇ ਜਦੋਂ ਫਲੀਆਂ ਬਣਨੀਆਂ ਨੇ ਉਸ ਟਾਈਮ ਤੇ ਵੀ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਗੋਭੀ ਦੇ ਵਿੱਚ ਇੱਕ ਸੁੰਡੀ ਆਉਂਦੀ ਆ, ਠੀਕ ਹੈ ਜੀ, ਉਹ ਇਹਦੇ 'ਤੇ ਵੀ ਆ ਜਾਂਦੀ ਆ ਤੇ ਉਹ ਨੁਕਸਾਨ ਕਰਦੀ ਆ। ਤਾਂ ਪਰ ਉਹਦੇ ਵਿੱਚ ਇਹ ਆ ਵੀ ਜੇ ਤੁਹਾਨੂੰ ਉਹਦੀ ਅਸਲੀ ਪਹਿਚਾਣ ਹੋਏਗੀ ਤਾਂ ਉੱਥੇ ਦਵਾਈ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਝੁੰਡ ਦੇ ਵਿੱਚ ਹੀ ਹਮਲਾ ਕਰਦੀ, ਝੁੰਡ ਦੇ ਵਿੱਚ ਹੀ ਰਹਿੰਦੀ ਆ। ਜਦੋਂ ਤੁਸੀਂ ਸਰਵੇਖਣ ਕਰਦੇ ਆ ਤਾਂ ਤੁਸੀਂ ਉਹਨੂੰ ਉਹਦੇ ਆਂਡੇ ਜਾਂ ਉਹਦੇ ਛੋਟੇ ਬੱਚਿਆਂ ਨੂੰ ਚੱਕ ਕੇ ਕਿਤੇ ਵੀ ਅਸੀਂ ਜਿਹਨੇ ਉਹਨੂੰ ਦੱਬ ਦਈਏ ਤੇ ਉਹਨੇ ਨਾਲ ਹੀ ਆਪਣਾ ਜਿਹੜਾ ਹੈਗਾ ਉਹਦਾ ਜਿਹੜਾ ਆਪਾਂ ਕੰਟਰੋਲ ਰੋਕਥਾਮ ਕਰ ਸਕਦੇ ਹਾਂ, ਤੇ ਬਜਾਏ ਕਿ ਅਸੀਂ ਜਿਹੜੇ ਹੈਗੇ ਆ ਮਹਿੰਗੇ ਕੈਮੀਕਲਾਂ ਵੱਲ ਜਾਈਏ। ਜੀ ਮੇਰਾ ਨਾਮ ਪਰਮਜੀਤ ਸਿੰਘ ਬੋਪਰ ਹੈ, ਨੰਬਰਦਾਰ। ਮੈਂ ਡਾਕਟਰ ਸਾਹਿਬ ਤੋਂ ਇਹ ਪੁੱਛਣਾ ਚਾਹੁੰਦਾ ਵੀ ਜਿਹੜੀ ਕਣਕ ਤੇ ਇਸ ਟਾਈਮ ਹੁਣ ਟੈਂਪਰੇਚਰ ਜ਼ਿਆਦਾ ਵੱਧ ਰਿਹਾ, ਇਹਨਾਂ ਤੇਲਾ ਪੈਦਾ ਹੋਣਾ, ਤੇ ਤੇਲੇ ਦੇ ਖਾਤਮੇ ਲਈ ਕਿਹੜਾ ਮਤਲਬ ਸਾਲਟ ਵਰਤ ਸਕਦੇ ਹਾਂ, ਕਿਹੜੀ ਦਵਾ ਵਰਤ ਸਕਦੇ? ਡਾਕਟਰ ਸਾਹਿਬ ਕਿਹੜੇ ਕੀੜੇ ਇਸ ਵੇਲੇ ਇਹਦੇ ਵਿੱਚ ਆਉਣ ਦੀ ਸੰਭਾਵਨਾ? ਸੋ ਇਹਦੇ ਵਿੱਚ ਹੁਣ ਤੱਕ ਅਸੀਂ ਜਿਹੜਾ ਸਰਵੇਖਣ ਕੀਤਾ ਹੈ ਉਹਦੇ 'ਚ ਦੇਖਿਆ ਗਿਆ ਵੀ ਬੱਲੀ ਜਿਹੜੀ ਆ ਉਹ ਨਿਕਲ ਆਈਆਂ ਨੇ ਕਾਫੀ ਥਾਂ ਤੇ ਕਿਤੇ ਜਿਹੜੀ ਹੈਗੀ ਆ ਇਹਦਾ ਹਮਲਾ ਜਿਹੜਾ ਹੈਗਾ ਆ ਚੇਪੇ ਦਾ ਉਹ ਹੋ ਗਿਆ। ਸੋ ਉੱਥੇ ਸਾਡੀ ਇਹੀ ਗੁਜ਼ਾਰਿਸ਼ ਹੈ ਕਿ ਸਭ ਤੋਂ ਪਹਿਲਾਂ ਅਸੀਂ ਜਿਹੜਾ ਸਾਡੀ ਸਿਫਾਰਿਸ਼ ਹੈ ਐਗਰੀਕਲਚਰ ਯੂਨੀਵਰਸਿਟੀ ਦੀ ਕਿ ਜਿਹੜੀ ਨਿੰਮ ਹੈਗੀ ਆ, ਨਿੰਮ ਆਧਾਰਿਤ ਜਿਹੜੀ ਸਪਰੇਅ ਉਹ ਕੀਤੀ ਜਾਵੇ। ਉਹਦੇ ਵਿੱਚ ਇਹ ਹੈ ਵੀ ਅਸੀਂ 2 ਲੀਟਰ ਨਿੰਮ ਜਿਹੜੀ ਹੈਗੀ ਆ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ 'ਚ ਪਾ ਕੇ ਕਰ ਸਕਦੇ ਹਾਂ। ਇਹਦੀ ਰੋਕਥਾਮ ਜਿਹੜੀ ਉਹ ਈਜ਼ੀਲੀ ਹੋ ਜਾਂਦੀ ਆ। ਤੇ ਜੇ ਤੁਹਾਨੂੰ ਲੱਗਦਾ ਵੀ ਹਾਂ ਵੀ ਇਹਦੇ ਨਾਲ ਨਹੀਂ ਹੈ, ਇਸ ਤੋਂ ਜ਼ਿਆਦਾ ਤਾਂ ਫਿਰ ਅਸੀਂ ਜਿਹੜੀ ਦਵਾਈ ਪਹਿਲਾਂ ਮੈਂ ਸਰੋਂ 'ਚ ਦੱਸੀ ਸੀਗੀ ਥਾਇਆਮੈਥੋਕਸਮ ਹੀ ਜਿਹੜੀ ਹੈ ਇਹਦੇ 'ਚ ਹੈ, ਪਰ ਇੱਥੇ ਇਹ ਆ ਵੀ ਇਹਦਾ ਜਿਹੜਾ ਇਹਦੀ ਮਕਦਾਦ ਹੈਗੀ ਆ ਮਾਤਰਾ 20 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਅਸੀਂ ਪਾਉਣੀ ਆ।
ਤੇ ਉਹਨੂੰ ਅੱਛੀ ਤਰ੍ਹਾਂ ਘੋਲ ਕੇ ਜਿਹੜੀ ਦਵਾਈ ਦੀ ਸਪਰੇਅ ਕਰਨੀ ਹੈ ਤੇ ਇਹਦੇ ਨਾਲ ਜਿਹੜੀ ਇਹਦੀ ਰੋਕਥਾਮ ਹੈ ਉਹ ਸੌਖੀ ਹੋ ਜਾਏਗੀ। ਤਾਂ ਇਸ ਤੋਂ ਇਲਾਵਾ ਹੋਰ ਕੋਈ ਵੀ ਕੀੜਾ ਜਿਹੜਾ ਹਜੇ ਤੱਕ ਸਾਨੂੰ ਕਣਕ ਦੇ ਵਿੱਚ ਦਿਖਾਈ ਨਹੀਂ ਦਿੱਤਾ। ਚੱਕ ਤੋਂ ਥੜਾ ਪਿੰਡ ਹੈ ਜੀ, ਅਮਨਦੀਪ ਸਿੰਘ ਨਾਂ ਆ ਜੀ ਹਾਂਜੀ ਹਾਂਜੀ। ਕਣਕ ਦੀ ਖੇਤੀ ਕਰਦੇ ਆ ਤਾਂ ਕਮਾਦ ਜੀ ਠੀਕ ਹੈ ਜੀ। ਇਹਦਾ ਕਣਕ ਦਾ ਇਹੀ ਆ ਜੀ, ਹੁਣ ਜਿਹੜੇ ਬੀ ਕਈ ਹਾਲੇ ਨਿਸਰਦੇ ਆ, ਕਈ ਨਹੀਂ ਨਿਸਰਦੇ। ਜੀ ਇਹਦਾ ਦੱਸ ਦਿਓ ਵੀ ਜਿਹੜੀ ਨਸਾਰੇ ਦੀ ਆ ਉਹ ਕਰਨੀ ਜ਼ਰੂਰੀ ਆ ਕਿ ਨਹੀਂ? ਮੌਸਮ ਜਿੱਦਾਂ ਹਾਲੇ ਛਿੜਕਾਅ ਕਰਨਾ। ਹਾਂਜੀ ਹਾਂਜੀ, ਇਹ ਟੇਲਟ ਦੀ ਜਾਂ ਜਦੋਂ ਹਾਂਜੀ ਹਾਂਜੀ। ਠੀਕ ਹੈ ਮੈਡਮ ਕੀ ਕਹਿਣਾ ਚਾਹੋਗੇ? ਵੈਸੇ ਜੇ ਆਪਾਂ ਬਿਮਾਰੀ ਦੇ ਤੌਰ ਤੇ ਦੇਖੀਏ, ਇਸ ਵੇਲੇ ਹਾਲ ਦੀ ਘੜੀ ਆਪਣੇ ਇਲਾਕੇ ਦੇ ਵਿੱਚ ਕੋਈ ਬਿਮਾਰੀ ਦਾ ਹਮਲਾ ਨਹੀਂ ਹੈ, ਪਰ ਫਿਰ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆਪਾਂ ਪੀਲੀ ਕੁੰਗੀ ਦੇ ਬਾਬਤ ਕਿਤੇ ਬਹੁਤ ਥੋੜ੍ਹੀਆਂ ਥਾਵਾਂ ਦੇ ਉੱਤੇ, ਜ਼ਿਆਦਾ ਨਹੀਂ ਹੈਗਾ, ਤੇ ਉਹਨਾਂ ਹਾਲਤਾਂ ਦੇ ਵਿੱਚ ਜਿਹੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਹੋਈ ਦਵਾਈਆਂ ਨੇ, ਮੈਂ ਇੱਕ ਵਾਰ ਦੁਹਰਾ ਵੀ ਦਿੰਦੀ ਹਾਂ, ਦੱਸ ਦਿੰਦੀ ਹਾਂ ਵੀ ਉਹ ਤੁਸੀਂ ਕਿਵੇਂ ਵਰਤਣੀਆਂ ਨੇ। ਜੇ ਤੁਹਾਨੂੰ ਪੀਲੀ ਕੁੰਗੀ ਦੇ ਲੱਛਣ ਦਿਖਦੇ ਨੇ, ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਤੁਹਾਨੂੰ ਇਸ ਚੀਜ਼ ਦਾ ਪਤਾ ਹੈ ਵੀ ਇਹ ਪੀਲੀ ਕੁੰਗੀ ਦੇ ਹੀ ਲੱਛਣ ਨੇ। ਪੱਤਿਆਂ ਦੇ ਉੱਤੇ ਪੀਲੇ ਰੰਗ ਦਾ ਧੂੜਾ ਬੜੇ ਹੀ ਸਮਤਰ ਤਰੀਕੇ ਨਾਲ ਨਜ਼ਰ ਆਉਂਦਾ। ਜੇ ਹੱਥ ਨੂੰ ਵੀ ਲਾਉਂਦੇ ਆ ਤਾਂ ਐਂ ਲੱਗਦਾ ਜਿਵੇਂ ਹਲਦੀ ਦਾ ਪਾਊਡਰ ਆ। ਜੇ ਤੁਸੀਂ ਉਹਦੇ ਵਿੱਚ ਵੀ ਤੁਰਦੇ ਹੋ ਤੇ ਜੇ ਗੂੜੇ ਰੰਗ ਦੇ ਆਪਾਂ ਕੱਪੜੇ ਪਾਏ ਨੇ ਤੇ ਆਪਣੇ ਸਾਰੇ ਕਿਤੇ ਉਹ ਲੱਗਦਾ। ਹੁਣ ਜਦੋਂ ਆਪਾਂ ਇਹਦੀ ਸਪਰੇਅ ਕਰਨੀ ਹੈ ਤਾਂ ਇਹ ਚੀਜ਼ ਧਿਆਨ 'ਚ ਰੱਖੀਏ ਕਿ ਇਹ ਧੂੜਾ ਦੇਖੋ ਕਿੰਨਾ ਮਹੀਨ ਹੈ, ਕਿ ਆਪਾਂ ਸਹੀ ਪਾਣੀ ਤੇ ਸਹੀ ਦਵਾ ਵਰਤ ਰਹੇ ਹਾਂ। ਤਾਂ ਇਹਦੇ ਲਈ ਯੂਨੀਵਰਸਿਟੀ ਨੇ ਟਿਲਟ, ਜਿਹੜੀ ਕਿ ਸਟਿਲਟ ਵੀ ਹੈ, ਬੰਪਰ ਵੀ ਹੈ, 200 ml 200 ਲੀਟਰ ਪਾਣੀ ਦੇ ਵਿੱਚ ਘੋਲ ਕੇ, ਇਸੇ ਤਰ੍ਹਾਂ ਕਸਟੋਡੀਆ ਹੈ ਜਿਹੜੀ ਕਿ ਅਗੇਨ 200 ਗ੍ਰਾਮ ਹੈਗੀ ਆ 200 ਲੀਟਰ ਪਾਣੀ ਦੇ ਵਿੱਚ। ਇੰਪੈਕਟ ਐਕਸਟਰਾ ਜਿਹੜੀ ਦਵਾਈ ਹੈ ਉਹ ਦੱਸੀ ਗਈ ਹੈ 200 ml। ਤੇ ਘੱਟੋ ਘੱਟ ਇਹ 5-6 ਦਵਾਈਆਂ ਨੇ ਜਿਹੜੀਆਂ ਤੁਸੀਂ ਤੁਹਾਡੇ ਇਲਾਕੇ ਦੇ ਵਿੱਚ ਜਿਹੜੀ ਵੀ ਤੁਹਾਨੂੰ ਉਪਲਬਧ ਹੁੰਦੀ ਆ ਤੁਸੀਂ ਵਰਤ ਸਕਦੇ ਹੋ। ਪਰ 200 ਲੀਟਰ ਪਾਣੀ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਇਸ ਟਾਈਮ ਆਪਣੀ ਫਸਲ ਦੇਖੋਗੇ ਤੇ ਫਸਲ ਪੂਰੀ ਉੱਚੀ ਵਧੀਆ ਹੈ। ਜੇ ਤੁਸੀਂ ਚੰਗੇ ਤਰੀਕੇ ਨਾਲ ਇਹਨੂੰ ਨਹੀਂ ਨਲਾਉਂਦੇ ਤਾਂ ਇਹ ਬਿਮਾਰੀ, ਜੇ ਹਾਲਤਾਂ ਆਪਣਾ ਰਾਤ ਦਾ ਟੈਂਪਰੇਚਰ ਥੋੜ੍ਹਾ ਹੋਰ ਡਿਪ ਕਰਦਾ, ਹਲੇ ਜਿਵੇਂ ਠੰਡਾ ਰਹਿ ਰਿਹਾ ਉਸ ਕਰਕੇ ਇਹਦੇ ਲੱਛਣ ਦੇਖਣ ਨੂੰ ਆਏ ਨੇ, ਪਰ ਜੇ ਆਪਣਾ ਤਾਪਮਾਨ ਵੱਧ ਜਾਏਗਾ ਫਿਰ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਇਹ ਹਫ਼ਤੇ 2 ਹਫ਼ਤੇ ਦੀ ਗੱਲ ਆ, ਪਰ ਜੇ ਕਿਤੇ ਲੱਛਣ ਆਉਂਦੇ ਨੇ, ਸਰਵੇਖਣ ਕਰਕੇ, ਸਹੀ ਪਛਾਣ ਕਰਕੇ, ਸਹੀ ਦਵਾਈ ਪਰ 200 ਲੀਟਰ ਪਾਣੀ ਤੇ ਜਿਹੜੀ ਆਪਣੀ ਹੋਲੋਕੋਨ ਨੋਜ਼ਲ ਆ ਉਹ ਵਰਤਣੀ ਹੈ। ਕਹਿਣ ਤੋਂ ਭਾਵ ਬੂਟੇ ਨੂੰ ਚੰਗੀ ਤਰ੍ਹਾਂ ਨਲਾਉਣਾ, ਤੇ ਤੁਹਾਨੂੰ ਜਿਹੜੀ ਹੈ ਸਪਰੇਅ ਨਹੀਂ ਕਰਨ ਦੀ ਲੋੜ ਨਹੀਂ ਪਏਗੀ। ਅੱਗੇ ਤੁਹਾਡਾ ਇੱਕ ਸਪਰੇਅ ਦੇ ਨਾਲ ਵੀ ਬਚਾ ਹੈ, ਪਰ ਜੇ ਫੇਰ ਲੱਗਦਾ ਤਾਂ ਆਪ ਤਾਂ 7 ਦਿਨਾਂ ਬਾਅਦ ਫਿਰ ਇੱਕ ਸਪਰੇਅ ਦੀ ਹੋਰ ਕਰ ਸਕਦੇ ਹੋ। ਮੇਰਾ ਨਾਮ ਰਸ਼ਪਾਲ ਸਿੰਘ ਵਾਸੀ ਬੋਪਾਰਾ ਹੈ। ਮੇਰਾ ਜੀ ਸਵਾਲ ਕਣਕ ਨਾਲ ਸੰਬੰਧਿਤ ਹੈ ਜੀ। ਕਣਕ ਦੇ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਜੀ ਬਹੁਤ ਸਮੇਂ ਤੋਂ ਆ ਰਹੀ ਹੈ। ਮੇਰਾ ਡਾਕਟਰ ਸਾਹਿਬ ਨੂੰ ਸਵਾਲ ਇਹ ਹੈ ਕਿ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਸਾਲਟ ਮੌਜੂਦ ਹਨ ਜਿਨ੍ਹਾਂ ਤੋਂ ਇਹਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਸੋ ਆਉਣ ਵਾਲੇ ਸਮੇਂ ਵਿੱਚ ਇਹਦੇ ਉੱਪਰ ਸ਼ੁਰੂ ਤੋਂ ਕਾਬੂ ਪਾਇਆ ਜਾ ਸਕੇ ਤਾਂ ਇਹਦੇ ਲਈ ਅਸੀਂ ਕੀ ਹਦਾਇਤਾਂ ਅਪਣਾਈਏ? ਇਹਨਾਂ ਦਾ ਜਿਹੜਾ ਸਵਾਲ ਸੀਗਾ ਬੜਾ ਵਾਜਬ ਹੈ, ਤੇ ਪਰ ਇਹ ਹੈ ਵੀ ਹੁਣ ਟਾਈਮ ਹੈ ਉਹਦਾ ਕੋਈ ਆਪਾਂ ਸਪਰੇਅ ਤਾਂ ਕਰ ਨਹੀਂ ਸਕਦੇ, ਟਾਈਮ ਲੰਘ ਗਿਆ। ਸੋ ਅੱਗੇ ਤੋਂ ਇਹੀ ਸੁਝਾਅ ਆ ਵੀ ਜਦੋਂ ਵੀ ਅਸੀਂ ਸਪਰੇਅ ਕਰਨੀ ਹੈ, ਜਿਹੜਾ ਪਹਿਲਾ ਪਾਣੀ ਲੱਗਦਾ ਉਸ ਤੋਂ ਬਾਅਦ ਜਿਹੜਾ ਪਹਿਲਾ ਲੌਂ ਹੁੰਦਾ, ਜਿਹੜਾ ਗੁੱਲੀ ਡੰਡੇ ਦਾ ਅਸੀਂ ਕਹਿੰਦੇ ਉਹ ਨਿਕਲ ਆਉਂਦਾ, ਜਦੋਂ ਉਹ 2-3 ਪੱਤਿਆਂ ਤੇ ਆ ਜਾਂਦਾ ਤਾਂ ਉਦੋਂ ਸਪਰੇਅ ਕਰਨੀ ਬਣਦੀ ਹੈ। ਪਰ ਅਕਸਰ ਕੀ ਹੋ ਰਿਹਾ ਵੀ ਕਿਸਾਨ ਵੇਟ ਕਰਦਾ ਵੀ ਥੋੜ੍ਹਾ ਜਿਹਾ ਹੋਰ ਵੱਧ ਜਾਵੇ, ਜਿਹੜਾ ਦੂਜਾ ਲੌਂ ਆਉਂਦਾ ਉਹ ਵੀ ਇਕੱਠਾ ਹੀ ਹੋ ਜਾਵੇ, ਵੀ 60 ਕੁ ਦਿਨਾਂ ਦੇ ਜਿਹੜੀ ਸਪਰੇਅ ਸਾਡੀ ਉਹ ਪਹੁੰਚ ਜਾਂਦੀ ਆ। ਸੋ ਮੇਰੀ ਇਹੀ ਬੇਨਤੀ ਹੈ ਵੀ ਜਦੋਂ ਵੀ ਆਪਾਂ ਨੂੰ ਪਤਾ ਵੀ ਇਸ ਖੱਤੇ 'ਚ ਆਪਣੇ ਗੁੱਲੀ ਡੰਡੇ ਦੀ ਸਮੱਸਿਆ ਰਹਿੰਦੀ ਆ ਤਾਂ ਉੱਥੇ ਜਿਹੜਾ ਪਹਿਲੇ ਪਾਣੀ ਤੋਂ ਬਾਅਦ ਜਿਹੜੀ ਹੈਗੀ ਆ, ਯਾਨੀ ਕਿ 25-30 ਦਿਨ ਦੇ ਵਿੱਚ ਜਿਹੜੀ ਪਹਿਲੀ ਸਪਰੇਅ ਹੈਗੀ ਆ ਉਹ ਕਰ ਦੇਣੀ ਚਾਹੀਦੀ ਆ। ਬਹੁਤ ਗਿਣਤੀ ਦੇ ਵਿੱਚ ਜਿਹੜੀਆਂ ਹੈਗੇ ਆ ਸਾਡੀ ਯੂਨੀਵਰਸਿਟੀ ਦੱਸਦੀ ਹੈ। ਸੋ ਇੱਥੇ ਇਹੀ ਹੈ ਵੀ ਅਸੀਂ ਜਿਹੜਾ ਹੈਗਾ ਗੁੱਲੀ ਡੰਡੇ ਦੇ ਜਿਹੜੇ ਇਹ ਨਾ ਦੇਖੀਏ ਵੀ ਪਹਿਲਾ ਲੌਂ ਜਾਂ ਦੂਜਾ ਲੌਂ ਆਉਂਦਾ ਵੀ ਉਹਦੀ ਵੇਟ ਕਰੀਏ। ਜਿਹੜਾ ਹੈਗਾ 25 ਤੋਂ 30 ਦਿਨ ਤੇ ਜਿਹੜਾ ਹੈਗਾ ਸਪਰੇਅ ਜਿਹੜੀ ਆ ਗੁੱਲੀ ਡੰਡੇ ਦੀ ਕਰ ਦੇਣੀ ਚਾਹੀਦੀ। ਮੇਰਾ ਨਾਮ ਕੁਲਵਿੰਦਰ ਕੌਰ ਹੈ, ਮੈਂ ਪਿੰਡ ਢੰਡਾ ਦੀ ਰਹਿਣ ਵਾਲੀ ਹਾਂ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਆਪਾਂ ਜੇ ਸਰੋਂ ਦੀ ਫਸਲ ਲਾਈਏ ਤਾਂ ਉਹਦੇ ਵਿੱਚ ਮੱਖੀਆਂ ਦਾ ਡੱਬੇ ਰੱਖ ਸਕਦੇ ਹਾਂ ਜਾਂ ਉਹਨਾਂ ਨੂੰ ਪਾਲ ਸਕਦੇ ਹਾਂ? ਇਹਦੇ 'ਚ ਇਹੀ ਆ ਵੀ ਜਿੱਥੇ ਤੁਸੀਂ ਮਧੂ ਮੱਖੀ ਪਾਲਣ ਦਾ ਕੰਮ ਕਰਨਾ ਸੋ ਉੱਥੇ ਆਪਾਂ ਇਹ ਕਹਿੰਦੇ ਆ ਵੀ ਜਿਹੜੀਆਂ ਵੀ ਜ਼ਹਿਰਾਂ ਜਿਹੜੀਆਂ ਚਾਹੇ ਉਹ ਲਾਲ ਬੈਨਰ ਅੰਡਰ ਆ ਚਾਹੇ ਪੀਲੇ ਜਾਂ ਨੀਲੇ ਅੰਡਰ ਆ, ਵੀ ਉਹਨਾਂ ਦੀ ਵਰਤੋਂ ਜਿਹੜੀ ਆ ਉਹ ਆਪਾਂ ਕਰਨੀ ਨਹੀਂ ਜਾਂ ਬਹੁਤ ਘੱਟ ਕਰਨੀ ਆ। ਔਰ ਜੇ ਆਪਾਂ ਕਰਨਾ ਚਾਹੁੰਦੇ ਆ ਤਾਂ ਇੱਕ ਮੋਟਾ ਜਿਹਾ ਫੰਡਾ ਹੁੰਦਾ ਵੀ ਜਿਹੜੀ ਮੱਖੀ ਆ ਨਾ ਉਹ 3 ਕਿਲੋਮੀਟਰ ਤੱਕ ਜਾਂਦੀ ਹੈ ਇੱਕ ਪਾਸੇ ਰੇਡੀਅਸ ਦੇ ਹਿਸਾਬ ਨਾਲ, ਤੇ ਉਹ ਵੀ ਇੱਕ ਵਿਚਾਰ ਜਿਹੜਾ ਰੱਖ ਲਿਆ ਜਾਵੇ, ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਉਹਨੇ ਤਾਂ ਜਿੱਥੇ ਉਹਨੂੰ ਫੁੱਲ ਮਿਲਿਆ ਉਹਨੇ ਉਧਰ ਨੂੰ ਮੂਵ ਕਰਨਾ, ਕਿਉਂਕਿ ਉਹਨੇ ਉੱਥੋਂ ਹੀ ਨੈਕਟਰ ਲੈਣਾ,
ਉੱਥੋਂ ਹੀ ਉਹਨਾਂ ਨੇ ਪੋਲਣ ਲੈਣਾ ਤੇ ਆਪਣਾ ਜਿਹੜਾ ਕੁਟੁੰਬ ਹੈਗਾ ਉਹਨੂੰ ਚਲਾਉਣਾ। ਸੋ ਇਹੀ ਆ ਵੀ ਆਪਾਂ ਜਿਹੜੀਆਂ ਘੱਟ ਤੋਂ ਘੱਟ ਇਹਦੀ ਵਰਤੋਂ ਕਰੀਏ। ਜੇ ਸਾਨੂੰ ਕਿਤੇ ਲੋੜ ਪੈਂਦੀ ਵੀ ਆ ਤੇ ਅਸੀਂ ਜਿਹੜਾ ਬਕਸਾ ਹੁੰਦਾ, ਜਿਹੜੇ ਕੁਟੁੰਬ ਰੱਖੇ ਆ ਉਹਨਾਂ ਨੂੰ ਸ਼ਾਮ ਨੂੰ ਅਸੀਂ ਚੰਗੀ ਤਰ੍ਹਾਂ ਬੰਦ ਕਰ ਦਈਏ, ਪੈਕ ਕਰ ਦਈਏ, ਫਿਰ ਉਹਦੀ ਜਿਹੜੀ ਇਹ ਸਪਰੇਅ ਕਰਕੇ ਉਹਨੂੰ ਖੋਲ੍ਹਣਾ ਨਹੀਂ ਜਦ ਤੱਕ ਕਿ ਉਹਦਾ ਵੇਟਿੰਗ ਪੀਰੀਅਡ ਜਿਹੜਾ ਅਸਰ ਹੁੰਦਾ ਉਹ ਚੱਲਣਾ ਜਾਵੇ। ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਉਹ ਕੁਟੁੰਬ ਨੂੰ ਖੋਲ੍ਹ ਕੇ ਮੱਖੀ ਜਿਹੜੀ ਆ ਉਹ ਸਰਵਾਈਵ ਕਰ ਯਾਨੀ ਕਿ ਉਹਦੇ ਬਚਾਅ ਹੋ ਸਕਦਾ। ਨਹੀਂ, ਜੇ ਤੁਸੀਂ ਕਹਿੰਦੇ ਹੋ ਬਕਸਾ ਅਸੀਂ ਬੰਦ ਕਰ ਦੇਣਾ ਡਾਕਟਰ ਸਾਹਿਬ ਸ਼ਾਮ ਨੂੰ, ਹਾਂਜੀ, ਤੇ ਖੋਲ੍ਹਣਾ ਤਾਂ ਫਿਰ 3-4 ਦਿਨ ਅਸਰ ਰਹਿੰਦਾ ਦਵਾਈ ਦਾ। ਉਹਦੇ ਵਿੱਚ ਇਹ ਹੁੰਦਾ ਵੀ ਤਾਂ ਹੀ ਮੈਂ ਕਿਹਾ ਵੀ ਵੇਟਿੰਗ ਪੀਰੀਅਡ ਜਿਹੜੀ ਵੀ ਦਵਾਈ ਦਾ ਹੁੰਦਾ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿ ਮੱਖੀਆਂ ਮਰ ਗਈਆਂ ਫਿਰ ਮੱਖੀਆਂ ਜਿਹੜੀਆਂ ਹੈਗੀਆਂ ਉਹ ਇਦਾਂ ਨਹੀਂ ਮਰਨਗੀਆਂ ਜੀ। ਬਈ ਉਹਦੇ ਵਿੱਚ ਇਹ ਹੁੰਦਾ ਵੀ ਉਹਦੇ ਅੰਦਰ ਉਹਨਾਂ ਨੇ ਆਲਰੇਡੀ ਆਪਣਾ ਫੂਡ ਰੱਖਿਆ ਹੁੰਦਾ, ਠੀਕ ਹੈ ਜੀ, ਸ਼ਹਿਦ ਵੀ ਹੁੰਦਾ ਉਹਦੇ ਵਿੱਚ, ਪੋਲਨ ਵੀ ਹੁੰਦਾ, ਵੀ ਉਹ ਕੁਛ ਟਾਈਮ ਤੱਕ ਕੱਢ ਸਕਦੀਆਂ। ਇਸੇ ਲਈ ਅਸੀਂ ਇਹ ਕਹਿੰਦੇ ਆ ਬਈ ਜਿਹੜਾ ਹੈਗਾ ਵੀ ਬਚਾਅ 'ਚ ਹੀ ਬਚਾਅ, ਮਤਲਬ ਵੀ ਜੇ ਤੁਸੀਂ ਇਹ ਕੰਮ ਕਰਨਾ ਤਾਂ ਉੱਥੇ ਦਵਾਈਆਂ ਦਾ ਜਿਹੜਾ ਛਿੜਕਾਅ ਆ ਉਹ ਨਾ ਹੀ ਕੀਤਾ ਜਾਵੇ ਤਾਂ ਬਹੁਤ ਵਧੀਆ। ਗੁਰਭਗਤ ਸਿੰਘ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਸ਼ਹਿਦ ਦੀਆਂ ਮੱਖੀਆਂ ਦੀ, ਕਿਉਂਕਿ ਇਹ ਸਿਫਾਰਿਸ਼ ਕਰਦੇ ਹਾਂ ਕਿ ਬਕਸੇ ਜਿਹੜੇ ਸ਼ਹਿਦ ਦੀਆਂ ਮੱਖੀਆਂ ਦੇ ਸਰੋਂ ਦੀ ਫਸਲ ਦੇ ਕੋਲ ਰੱਖੋ, ਕੀ ਇਹ ਸਰੋਂ ਦਾ ਝਾੜ ਵੀ ਵਧਾਉਂਦੀਆਂ ਨੇ? ਬਿਲਕੁਲ ਡਾਕਟਰ ਸਾਹਿਬ, ਮੱਖੀ ਹੈ ਜਿਹੜੀ ਉਹ ਸਰੋਂ ਦੇ ਵਿੱਚ ਪੋਲੀਨੇਸ਼ਨ ਕਰਨ ਦੇ ਵਿੱਚ ਸਹਾਈ ਹੁੰਦੀ ਹੈ। ਜਦੋਂ ਮੱਖੀ ਇੱਕ ਫੁੱਲ ਤੋਂ ਉੱਡ ਕੇ ਦੂਜੇ ਫੁੱਲ 'ਤੇ ਜਾਂਦੀ ਹੈ, ਉਹਦੇ ਪੈਰਾਂ ਦੇ ਨਾਲ ਪੋਲਨ ਲੱਗਦਾ। ਕਿਸੇ ਵੀ ਫਸਲ ਦਾ ਜਿਹੜਾ ਬੀ ਬਣਦਾ ਉਹ ਪੋਲੀਨੇਸ਼ਨ ਦੇ ਰਾਹੀਂ ਬਣਦਾ। ਇਸ ਕਰਕੇ ਜਿਹੜੀ ਮੱਖੀ ਆ ਉਹ ਸਰੋਂ ਦਾ ਝਾੜ ਵਧਾਉਣ ਦੇ ਵਿੱਚ ਬਹੁਤ ਜ਼ਿਆਦਾ ਸਹਾਈ ਹੁੰਦੀ ਹੈ ਜੀ। ਮੇਰਾ ਨਾਮ ਵਿਕਰਾਂਤ ਸਿੰਘ ਹੈ ਜੀ। ਕੀ ਕਹਿਣਾ ਚਾਹੋਗੇ? ਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਪਿਛਲੇ ਕੁਝ ਸਮੇਂ ਦੇ ਵਿੱਚ ਆਪਾਂ ਦੇਖਿਆ ਆ ਕਿ ਸਰੋਂ ਦਾ ਰਕਬਾ ਕਾਫੀ ਘਟ ਗਿਆ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰੋਂ ਦਾ ਰਕਬਾ ਤਾਂ ਵੱਧ ਰਿਹਾ ਆ। ਇਸ ਨਾਲ ਸਾਨੂੰ ਚਾਹੀਦਾ ਕਿ ਹੋਰ ਰਕਬਾ ਵਧਾਉਣਾ ਚਾਹੀਦਾ ਆ, ਕਿਉਂਕਿ ਸਰੋਂ ਦੇ ਨਾਲ ਸਾਨੂੰ ਇੱਕ ਤਾਂ ਘਰ ਲਈ ਦੇਸੀ ਤੇਲ ਮਿਲਦਾ ਆ, ਜਿਹਦੇ ਨਾਲ ਬਿਮਾਰੀਆਂ ਨੂੰ ਬਹੁਤ ਜਿੱਦਾਂ ਫਰਕ ਪੈਂਦਾ ਕਿ ਬਿਮਾਰੀਆਂ ਬਹੁਤ ਘਟਦੀਆਂ ਆ। ਇਸ ਤੋਂ ਇਲਾਵਾ ਸਰੋਂ ਦੇ ਤੇਲ ਤੋਂ ਇਲਾਵਾ ਸਾਨੂੰ ਖਲ ਵੀ ਮਿਲਦੀ ਆ, ਜਿਹੜੀ ਕਿ ਸਾਡੇ ਘਰੇਲੂ ਪਸ਼ੂਆਂ ਲਈ ਬਹੁਤ ਲਾਹੇਵੰਦ ਹੁੰਦੀ ਆ, ਕਿਉਂਕਿ ਗਰਮੀ ਦੇ ਟਾਈਮ ਦੇ ਵਿੱਚ ਜਿਹੜੀ ਸਰੋਂ ਦੀ ਖਲ ਹੁੰਦੀ ਆ ਉਹ ਠੰਡੀ ਹੁੰਦੀ ਹੈ ਅਤੇ ਪਸ਼ੂਆਂ ਲਈ ਬਹੁਤ ਵਧੀਆ ਹੁੰਦੀ ਆ। ਇਸ ਲਈ ਸਾਨੂੰ ਚਾਹੀਦਾ ਕਿ ਸਰੋਂ ਦਾ ਰਕਬਾ ਵੀ ਵਧਾਉਣਾ ਚਾਹੀਦਾ ਆ ਅਤੇ ਨਾਲ ਹੀ ਤੇ ਇਹਨਾਂ ਦਾ ਕੰਮ ਹੀ ਕਰਨਾ ਚਾਹੀਦਾ ਆ ਕਿ ਸਰੋਂ ਦੇ ਨਾਲ ਸਾਡਾ ਇੱਕ ਰਕਬਾ ਵਧੂਗਾ ਅਤੇ ਰੇਟ ਵੀ ਜਿਹੜਾ ਸਰੋਂ ਦੇ ਤੇਲ ਦਾ ਘਟਦਾ ਆ। ਮੇਰਾ ਨਾਮ ਹਰਵਿੰਦਰ ਸਿੰਘ, ਪਿੰਡ ਬੋਪਾ ਰਾਏ ਆ। ਮੇਰਾ ਇਹ ਸਵਾਲ ਹੈ ਕਿ ਆਪਾਂ ਹੁਣ ਗੱਲ ਕੀਤੀ ਹੈ ਜ਼ਹਿਰਾਂ ਦੀ ਵਰਤੋਂ ਦੀ, ਵੀ ਕੀੜੇ ਮਕੌੜੇ ਕਿਵੇਂ ਕੰਟਰੋਲ ਕਰਨੇ ਆ। ਕੀ ਕੋਈ ਕੁਦਰਤੀ ਤਰੀਕਾ ਵੀ ਹੈ ਕੀੜੇ ਮਕੌੜੇ ਕੰਟਰੋਲ ਕਰਨ ਦੇ ਲਈ? ਤਾਂ ਉਹ ਕਿਹੜਾ ਤਰੀਕਾ ਅਪਣਾਇਆ ਜਾਵੇ ਕਿ ਜ਼ਹਿਰਾਂ ਦੀ ਵਰਤੋਂ ਹੀ ਨਾ ਕਰਨੀ ਪਵੇ? ਸੋ ਇਹਦੇ ਵਿੱਚ ਇਹੀ ਹੈ ਵੀ ਮੈਂ ਪਹਿਲਾਂ ਹੀ ਗੁਜ਼ਾਰਿਸ਼ ਕੀਤੀ ਸੀ ਵੀ ਜਿਹੜਾ ਜਿੱਦਾਂ ਕਣਕ ਦੇ ਵਿੱਚ ਜਿਹੜੀ ਸਾਡੀ ਸਿਫਾਰਿਸ਼ ਹੌਲੀ ਹੌਲੀ ਅਸੀਂ ਕੰਮ ਕਰ ਰਹੇ ਹਾਂ ਵੀ ਨਿੰਮ ਆਧਾਰਿਤ ਜਿਹੜੀਆਂ ਹੈਗੀਆਂ ਕੁਦਰਤੀ ਹੈ ਨਾ, ਉਹ ਵੀ ਕੁਦਰਤੀ ਹੈ। ਜਿਵੇਂ ਨਿੰਮ ਦਾ ਬਣਾਉਣਾ ਕਿਵੇਂ ਘੋਲ, ਵੀ ਤੁਸੀਂ 4 ਕਿਲੋ ਜਿਹੜਾ ਹੈਗਾ ਵੀ ਉਹਦਾ ਚਾਹੇ ਤੁਸੀਂ ਪੱਤੇ ਲੈ ਲਓ, ਚਾਹੇ ਨਮੋਲੀਆਂ ਲੈ ਲਓ, ਚਾਹੇ ਛੋਟੀਆਂ ਟਾਹਣੀਆਂ ਲੈ ਲਓ, ਉਹਨੂੰ 10 ਲੀਟਰ ਪਾਣੀ ਦੇ ਵਿੱਚ ਤੁਸੀਂ ਗਰਮ ਕਰਨਾ, ਅੱਧਾ ਘੰਟਾ ਬਾਲਣਾ, ਅਤੇ ਉਹ ਜਿਹੜਾ ਬਣ ਜਾਂਦਾ ਮਟੀਰੀਅਲ ਉਹ ਤੁਹਾਡੀ ਦਵਾਈ ਉਹ ਤਿਆਰ ਹੋ ਜਾਂਦੀ ਹੈ। ਸੋ ਉਹ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਤੁਹਾਨੂੰ ਵੀ ਉਹ ਆਪਾਂ ਅਪਣਾ ਸਕਦੇ। ਇਸ ਤੋਂ ਇਲਾਵਾ ਜਿਹੜੇ ਕੁਦਰਤ ਹੈ ਉਹਨੇ ਆਪੇ ਹੀ ਬਣਾਇਆ ਹੋਇਆ ਵੀ ਜੇ ਇੱਕ ਜੀ ਆਉਂਦਾ ਤਾਂ ਦੂਜਾ ਉਹਨੂੰ ਰੋਕਣ ਲਈ ਇੱਕ ਮਿੱਤਰ ਕੀੜੇ ਬਣਾਏ ਹੋਏ ਆ। ਸੋ ਉਹਨਾਂ ਦੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਆ। ਮਿੱਤਰ ਕੀੜੇ ਜਿਹੜੇ ਜਿਹਨੂੰ ਤੁਸੀਂ ਆਪਾਂ ਅਕਸਰ ਯਾਨੀ ਕਿ ਫੇਲ ਪਾਸ ਵੀ ਕਹਿ ਦਿੰਦੇ ਹਾਂ ਜਾਂ ਲਾਲ ਭੁੰਡੀ, ਉਹਨੂੰ ਵੀ ਪਹਿਚਾਣ ਕਰ ਲਓ। ਜੇ ਉਹ ਤੁਹਾਡੇ ਖੇਤਾਂ 'ਚ ਹੈਗੀ ਇਹਦਾ ਮਤਲਬ ਇਹ ਆ ਵੀ ਉਹ ਆਪਣੇ ਆਪ ਹੀ ਉਹਦਾ ਕੁਦਰਤੀ ਕੰਟਰੋਲ ਵੀ ਜਿਹੜਾ ਉਹ ਕਰ ਲਵੇਗੀ। ਦੁਬਾਰਾ ਮੈਂ ਸਵਾਲ ਇਹ ਕਰ ਰਿਹਾ, ਜਿੱਦਾਂ ਆਪਣੇ ਗੱਲ ਕੀਤੀ ਸੀਗੀ ਕਿ ਆਪਾਂ ਮਧੂ ਮੱਖੀਆਂ ਸਰੋਂ ਦੇ ਕੋਲ ਰੱਖ ਲਈਏ। ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਵੈਸੇ ਆਪਣੇ ਜਦੋਂ ਕਣਕ ਨਿਸਰਦੀ ਆ ਜਾਂ ਉਹਦੇ ਉੱਤੇ ਬੂਰ ਝੜਦਾ ਆ ਤਾਂ ਝਾੜ ਘਟਦਾ ਆ, ਜਿਹੜਾ ਉਹ ਰਸ ਚੂਸੂਗੀ ਮਧੂ ਮੱਖੀ ਬਹਿ ਕੇ ਸਰੋਂ ਦੇ ਉੱਤੇ, ਤਾਂ ਸਰੋਂ ਦੇ ਝਾੜ ਨੂੰ ਫਰਕ ਨਹੀਂ ਪਊਗਾ ਕੋਈ ਵੀ? ਨਹੀਂ ਡਾਕਟਰ ਸਾਹਿਬ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜਾ ਕੋਈ ਵੀ ਬੀ ਬਣਦਾ ਨਾ ਉਹ ਪੋਲੀਨੇਸ਼ਨ ਤੋਂ ਬਣਦਾ ਵਾ। ਜਦੋਂ ਕਰੋਪ ਦੀ ਪੋਲੀਨੇਸ਼ਨ ਹੁੰਦੀ ਆ, ਮੱਖੀ ਜਿਹੜੀ ਪੋਲੀਨੇਸ਼ਨ ਕਰਨ 'ਚ ਸਹਾਈ ਹੁੰਦੀ ਆ, ਜਿਹੜਾ ਉਹ ਰਸ ਚੂਸਦੀ ਆ ਨਾ ਉਹਦੇ ਨਾਲ ਝਾੜ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਇਸ ਕਰਕੇ ਕਿਸਾਨ ਵੀਰਾਂ ਨੂੰ ਇਸ ਗਲਤ ਫਹਿਮੀ 'ਚ ਨਹੀਂ ਰਹਿਣਾ ਚਾਹੀਦਾ ਵੀ ਜੇ ਅਸੀਂ ਮੱਖੀਆਂ ਰੱਖ ਲਈਆਂ ਤਾਂ ਉਹਦੇ ਨਾਲ ਝਾੜ ਘਟ ਜੂਗਾ। ਉਹਦੇ ਨਾਲ ਝਾੜ ਘਟੂਗਾ ਨਹੀਂ, ਝਾੜ ਵਧੂਗਾ ਜੀ। ਤੁਸੀਂ ਕਿਸੇ ਵੀ ਫਸਲ ਦੀ ਕੋਈ ਅਵਸਥਾ ਹੁੰਦੀ ਹੈ ਉਹ ਹਮੇਸ਼ਾ ਨਹੀਂ ਰਹਿੰਦੀ ਹੈ ਨਾ। ਜਿਵੇਂ ਫੁੱਲ ਨੇ, ਫੁੱਲ ਦਾ ਵੀ ਇੱਕ ਟਾਈਮ ਹੈ, ਇਹ ਉਦੋਂ ਤੱਕ ਰਹੇਗਾ। ਅਤੇ ਫੁੱਲ ਝੜਦਾ ਕਦੋਂ ਆ? ਜਦੋਂ ਉਹਦੇ ਵਿੱਚ ਫਰੂਟ ਬਣ ਜਾਂਦਾ। ਅਤੇ ਜਿਹੜੀ ਮੱਖੀ ਹੈ, ਮੱਖੀ ਜਿਹੜਾ ਰਸਾ ਚੂਸਦੀ ਆ ਫੁੱਲ ਦੀਆਂ ਜਿਹੜੀਆਂ ਕਲੀਆਂ ਨੇ, ਪੱਤੀਆਂ ਨੇ, ਉਹਦੇ ਵਿੱਚੋਂ ਰਸਾ ਚੂਸਦੀ ਆ। ਅਤੇ ਨਾਲ ਜਦੋਂ ਉਹ ਆਪਣੇ ਪੋਲਨ ਉਹਦੇ ਰੋਏ ਅਤੇ ਉਹਦੇ ਸਰੀਰ 'ਤੇ ਲੱਗੇ ਹੁੰਦੇ ਆ ਅਤੇ ਉਦੋਂ ਲੈ ਕੇ ਆਉਂਦੀ ਹੈ, ਮੇਟਿੰਗ ਹੁੰਦੀ ਆ ਅਤੇ ਆਪਣਾ ਫਰੂਟ ਜਿਹੜਾ ਤਿਆਰ ਹੋ ਜਾਂਦਾ। ਇਹਦੇ ਨਾਲ ਆਪਣੀ ਫਸਲ ਦੇ ਵਿੱਚ ਵਾਧਾ ਹੁੰਦਾ, ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਹੀਂ ਗਾ। ਜਿਹੜੀਆਂ ਵੀ ਕ੍ਰਾਸ ਪੋਲੀਨੇਟਡ ਫਸਲਾਂ ਨੇ ਉਹਨਾਂ ਦੇ ਲਈ ਇਹ ਇੱਕ ਤਰ੍ਹਾਂ ਦਾ ਕਹਿ ਲਓ ਬੂਮ ਹੈ ਵੀ ਜੇ ਆਪਣੀ ਫਸਲ ਦਾ ਝਾੜ ਵਧਾਉਣ ਦੇ ਵਿੱਚ।
ਕੁਛ ਕੁ ਜਿਹੜੀਆਂ ਫਸਲਾਂ ਹੁੰਦੀਆਂ ਨਾ ਉਹ ਜੇ ਹਵਾ ਚੱਲੂਗੀ ਜਾਂ ਦੂਜਾ ਪੋਲੀਨੇਟਰ ਹੋ ਗਈ ਮਧੂਮੱਖੀ, ਠੀਕ ਹੈ ਜੀ। ਸੋ ਹਵਾ ਦੇ ਨਾਲ ਕੁਝ ਪਰਾਗ ਜਿਹੜੇ ਉੜ ਕੇ ਦੂਜੇ ਤੇ ਪੈਣਗੇ ਤਾਂ ਉਹ ਦਾਣਾ ਬਣੂਗਾ। ਐਦਾਂ ਹੀ ਇਹ ਕੰਮ ਕੁਦਰਤ ਨੇ ਮੱਖੀ ਨੂੰ ਦਿੱਤਾ ਹੋਇਆ, ਠੀਕ ਹੈ ਜੀ। ਉਹ ਕੀ ਕਰਦੀ ਹੈ ਵੀ ਇੱਕ ਥਾਂ ਤੋਂ ਚੱਕਦੀ ਆ ਪੋਲਨ ਦੂਜੇ ਐਂਥਰ ਦੇ ਵਿੱਚ ਲਾ ਦਿੰਦੀ ਆ, ਤਾਂ ਉੱਥੇ ਤੁਹਾਡੀ ਫਲੀ ਜਿਹੜੀ ਉਹ ਬਣਦੀ ਆ। ਸੋ ਜਿਹੜਾ ਨੈਕਟਰ ਆ ਉਹ ਕੁਝ ਨਹੀਂ ਹੈਗਾ, ਜਿਹੜਾ ਪੱਤੀ ਹੁੰਦੀ ਆ ਉਹਦੇ ਵਿੱਚ ਜਿਹੜਾ ਇੱਕ ਤਰਲ ਪਦਾਰਥ ਹੁੰਦਾ ਉਹਨੇ ਉਹਨਾਂ ਕੀ ਲੈਣਾ, ਉਹਦੀ ਜੀਭ ਦੇ ਉੱਤੇ ਲੱਗ ਜਾਂਦਾ ਉਹ, ਬਾਕੀ ਸ਼ਾਇਦ ਨਹੀਂ ਇੱਥੋਂ ਚੱਕਦੀ, ਉਹ ਸ਼ਾਇਦ ਉਹਦੇ ਅੰਦਰ ਬਣਦਾ। ਮੇਰਾ ਸਵਾਲ ਡਾਕਟਰ ਸਾਹਿਬ ਇਹ ਆ, ਇੱਕ ਸਰੋਂ ਤੇ ਉੱਲੀ ਜੇ ਆਉਂਦੀ ਆ, ਉੱਲੀ ਜੇ ਆਉਣ ਦੇ ਨਾਲ ਜੇ ਆਪਾਂ ਹੁਣ ਉਹਨੂੰ ਤੇਲੇ ਵਾਲੀ ਸਪਰੇਅ ਕਰਦੇ ਆ, ਉਹਦੇ ਨਾਲ ਇਹ ਸਪਰੇਅ ਦੂਜੀ ਵੀ ਹੋ ਸਕਦੀ ਹੈ ਇੱਥੋਂ ਉੱਲੀ ਤੋਂ, ਚਿੱਟਾ ਜਿਹਾ ਨਹੀਂ ਸਫੇਦ ਜਿਹਾ ਆਉਂਦੀ ਉੱਤੇ। ਜੇ ਇਹੋ ਜਿਹੀਆਂ ਹਾਲਤਾਂ ਵਿੱਚ ਜੇ ਇਹ ਬਿਮਾਰੀ ਆਉਂਦੀ ਆ, ਪਹਿਲਾਂ ਤਾਂ ਇਹ ਹੈ ਵੀ ਇਹ ਬਿਮਾਰੀ ਵੀ ਮੌਸਮ ਦੇ ਵਿੱਚ ਤਬਦੀਲੀ ਜਾਂ ਬਹੁਤ ਜ਼ਿਆਦਾ ਹਿਊਮਿਡਿਟੀ ਹੋਣ ਕਰਕੇ ਉਦੋਂ ਇਹਦੇ ਲੱਛਣ ਦੇਖਣ ਨੂੰ ਮਿਲਦੇ ਨੇ। ਤੇ ਇਹਦੇ ਵਿੱਚ ਹੁੰਦਾ ਕੀ ਹੈ, ਪੱਤਿਆਂ ਦੇ ਉੱਤੇ ਇਹਦੇ ਲੱਛਣ ਹੋਣਗੇ ਤਾਂ ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਰੰਗ ਦਾ ਧੂੜਾ ਬਹੁਤ ਚਿਪਕਿਆ ਹੋਇਆ ਨਜ਼ਰ ਆਉਂਦਾ, ਤੇ ਜਦੋਂ ਆਪਣਾ ਦਾਣਾ ਫਲੀ ਬਣ ਰਹੀ ਹੁੰਦੀ ਹੈ ਉਸ ਵੇਲੇ ਵੀ ਮੁੜ ਜਾਂਦੀਆਂ ਨੇ। ਤੇ ਇਹਦੇ ਲਈ ਯੂਨੀਵਰਸਿਟੀ ਵੱਲੋਂ 250 ਗ੍ਰਾਮ ਰੈਡੋਮਿਲ ਗੋਲਡ ਦੀ ਸਿਫਾਰਿਸ਼ ਕੀਤੀ ਗਈ ਹੈ, ਜਿਹੜੀ ਕਿ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਚੰਗੀ ਤਰ੍ਹਾਂ ਜਿਹੜੀ ਉਹਦੀ ਸਪਰੇਅ ਕਰਨੀ ਹੈ। ਕੋਸ਼ਿਸ਼ ਅਸੀਂ ਇਹੀ ਕਰਦੇ ਹਾਂ ਵੀ ਕੋਈ ਵੀ ਦੋ ਜਿਹੜੀਆਂ ਦਵਾਈਆਂ ਨੂੰ ਰਲਾ ਕੇ ਨਾ ਕੀਤਾ ਜਾਵੇ, ਕਿਉਂਕਿ ਇਹ ਦੋਨੋਂ ਅੱਡ-ਅੱਡ ਸਾਲਟ ਨੇ, ਇੱਕ ਕੀਟਨਾਸ਼ਕ ਹੈ, ਇੱਕ ਉੱਲੀ ਨਾਸ਼ਕ ਹੈ। ਜਦੋਂ ਆਪਸ 'ਚ ਮਿਲਾਉਂਦੇ ਆਪਣਾ ਮਕਸਦ ਇਹ ਹੁੰਦਾ ਵੀ ਚਲੋ ਇੱਕੋ ਵਾਰੀ 'ਚ ਦੋਨੋਂ ਕੰਮ ਹੋ ਜਾਣ, ਪਰ ਇਸ ਕੰਡੀਸ਼ਨ ਦੇ ਵਿੱਚ ਹੁੰਦਾ ਕੀ ਹੈ, ਆਪਣੇ ਦੋਨੋਂ ਹੀ ਕੰਮ ਰਹਿ ਜਾਣਗੇ, ਆਪਣੇ ਦੋਨਾਂ ਚੀਜ਼ਾਂ ਦਾ ਜਿਹੜਾ ਆਪਾਂ ਨੂੰ ਫਾਇਦਾ ਨਹੀਂ ਹੋਏਗਾ। ਇਸ ਕਰਕੇ ਹਮੇਸ਼ਾ ਕੋਸ਼ਿਸ਼ ਇਹ ਕੀਤੀ ਜਾਵੇ ਵੀ ਆਪਾਂ ਜਿਹੜੀ ਦਵਾਈ ਹੈ ਉੱਲੀ ਨਾਸ਼ਕ ਅੱਡ, ਕੀਟਨਾਸ਼ਕ ਅੱਡ ਵਰਤੀਏ। ਸਰ ਜਦੋਂ ਹੁਣ ਫਸਲ ਆਪਣੀ ਪੱਕ ਚੁੱਕੀ ਆ, ਇਹਦੇ ਜਦੋਂ ਦਰਖਤ ਹੁੰਦਾ ਹੈ ਇੱਕ ਤਰੀਕੇ ਨਾਲ ਇਹ ਬੂਟਾ, ਉਹਦੇ ਪੱਤਿਆਂ ਦੇ ਥੱਲੇ ਮੋਟੇ ਪਹਿਲਾਂ ਛੋਟੀ ਸੁੰਡੀ ਹੁੰਦੀ ਆ, ਫਿਰ ਮੋਟੀਆਂ ਸੁੰਡੀਆਂ ਹੋ ਜਾਂਦੀਆਂ, ਜਿਹੜੀਆਂ ਉਹ ਸੁੰਡੀਆਂ ਇੱਕ ਤਾਂ ਝੁੰਡ 'ਚ ਬਣ ਕੇ ਪੂਰਾ ਹੀ ਜਿੰਨਾ ਵੀ ਉਹਦਾ ਬੂਟਾ ਆ 1 ਜਾਂ 2 ਦਿਨਾਂ ਵਿੱਚ ਖ਼ਤਮ ਕਰ ਦਿੰਦੀਆਂ ਆ। ਅਸੀਂ ਉਹ ਚਾਹੁੰਦੇ ਹਾਂ ਵੀ ਉਹਦੇ ਲਈ ਕਿਹੜੀ ਦਵਾ ਦੀ ਸਪਰੇਅ ਕੀਤੀ ਜਾਵੇ ਕਿ ਉਹ ਸੁੰਡੀ ਪਹਿਲਾਂ ਹੀ ਇੱਕ ਜਾੜੇ ਤੋਂ ਹੀ ਖ਼ਤਮ ਹੋ ਜਾਵੇ। ਸੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਇਹ ਜਿਹੜੀ ਸੁੰਡੀ ਹੈਗੀ ਆ ਇਹ ਝੁੰਡ ਦੇ ਵਿੱਚ ਹੀ ਆਉਂਦੀ ਆ। ਇਹਦੇ ਨਾ ਯਾਨੀ ਕਿ ਪੀਲੇ ਖੱਟੇ ਰੰਗ ਦੇ ਥੋੜ੍ਹੇ ਜਿਹੇ ਇਹਦੇ ਨਾ ਝੁੰਡ ਦੇ ਵਿੱਚ ਹੀ ਆਪਾਂ ਨੂੰ ਆਂਡੇ ਮਿਲ ਜਾਂਦੇ ਆ। ਉੱਥੋਂ ਫਿਰ ਇਹ ਨਾ ਪੱਤੇ ਖਾਣੇ ਸ਼ੁਰੂ ਕਰਦੀਆਂ ਅਤੇ ਹੌਲੀ ਹੌਲੀ ਇਹਨਾਂ ਦਾ ਵਿਸਤਾਰ ਅੱਗੇ ਅੱਗੇ ਵੱਧਦੀਆਂ ਨੇ। ਸੋ ਇੱਥੇ ਇਹੀ ਆ ਵੀ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਇਹ ਇੱਕਦਮ ਇੱਥੇ ਆਊਗੀ ਤਾਂ ਹੁਣੇ ਹੀ ਨੁਕਸਾਨ ਕਰ ਦੂਗੀ। ਉਹਦੇ 'ਚ ਇਹੀ ਆ ਵੀ ਤੁਸੀਂ ਕੰਟੀਨਿਊ ਸਰਵੇਖਣ ਲਗਾਤਾਰ ਕਰਦੇ ਰਹੋ, ਅਤੇ ਜਿੱਥੇ ਇਹ ਤੁਹਾਨੂੰ ਲੱਗਦੀ ਆ ਉੱਥੋਂ ਤੁਸੀਂ ਉਹਨੂੰ ਪਲੱਕ ਕਰ ਲਓ। ਪੱਤਿਆਂ ਦੇ ਉੱਤੇ ਪਹਿਲਾਂ ਆਉਂਦੀ ਹੈ, ਫਿਰ ਫਲੀਆਂ 'ਤੇ ਵੀ ਆਉਂਦੀ ਹੈ, ਤਾਂ ਉਹਨੂੰ ਪਲੱਕ ਕਰਕੇ, ਕਿਉਂਕਿ ਇਹ ਨਹੀਂ ਹੈਗਾ ਵੀ ਇਹ ਸਾਰੇ ਖੇਤ 'ਚ ਇੱਕਦਮ ਚੱਲ ਜਾਊਗੀ, ਇੱਦਾਂ ਨਹੀਂ ਹੈਗਾ। ਸੋ ਉੱਥੇ ਹੀ ਉਹਨੂੰ ਨੱਪ ਲਈਏ ਅਸੀਂ ਵੀ ਉਹਨੂੰ ਲੈ ਕੇ ਮਿੱਟੀ ਦੇ ਵਿੱਚ ਦਬਾ ਦਿਓ। ਇਸ ਵੇਲੇ ਜਿਹੜਾ ਹੈਗਾ ਵੀ ਹੁਣ ਅਸੀਂ ਸਰਵੇਖਣ ਜਿਹੜਾ ਉਹ ਲਗਾਤਾਰ ਕਰੀਏ। ਜੇ ਕੋਈ ਕੀੜਾ ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕੀਤਾ ਚੇਪਾ ਆਉਂਦਾ ਅਤੇ ਉਹਦੀ ਆਰਥਿਕ ਆਕਾਰ ਦੇ ਹਿਸਾਬ ਦੇ ਨਾਲ ਹੀ ਅਸੀਂ ਸਪਰੇਅ ਕਰੀਏ, ਐਵੇਂ ਆਵਾਗਾਉਣ ਜਿਹੜੀਆਂ ਦਵਾਈਆਂ ਹੈਗੀਆਂ ਜ਼ਹਿਰਾਂ ਹੈਗੀਆਂ ਉਹ ਨਾ ਜੀ। ਇਹਦੇ ਵਿੱਚ ਜਿਵੇਂ ਚਿੱਟੋ ਦੇ ਬਾਰੇ ਗੱਲ ਕੀਤੀ, ਉਹਦੇ ਲਈ ਸਿਫਾਰਿਸ਼ ਜਿਹੜੀ ਸਪਰੇਅ ਉਹ ਵਰਤੀਏ। ਕੋਸ਼ਿਸ਼ ਕਰੀਏ ਜੇ ਉਹਦਾ ਹਮਲਾ ਹੈਗਾ ਫਿਰ ਸਪਰੇਅ ਕਰੀਏ, ਕਿਉਂਕਿ ਫਿਰ ਉਹਦੇ ਨਾਲ ਆਪਾਂ ਗੁਰੇਜ਼ ਕਰ ਸਕਦੇ ਹਾਂ, ਜਿਹੜੀ ਆ ਜ਼ਹਿਰਾਂ ਆਪਾਂ ਵਰਤਦੇ ਹਾਂ, ਇਹਦੇ ਨਾਲ ਆਪਾਂ ਆਪਣੀ ਜਿਹੜੀ ਹੈ ਫਸਲ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਸਾਂਭ ਸਕਦੇ ਹਾਂ। ਸੋ ਕਿਸਾਨ ਵੀਰੋ, ਮੈਂ ਉਮੀਦ ਕਰਦਾ ਇਹ ਪ੍ਰੋਗਰਾਮ ਤੁਹਾਡੇ ਲਈ ਕਾਫੀ ਸਹਾਈ ਸਿੱਧ ਹੋਵੇਗਾ, ਕਿਉਂਕਿ ਸਰੋਂ ਦੀ ਫਸਲ ਆ ਜਿਹੜੀ ਇਸ ਵੇਲੇ ਫੁੱਲਾਂ 'ਤੇ ਆ, ਅਤੇ ਜਿਹੜੀ ਵੀ ਤੁਸੀਂ ਛਿੜਕਾਅ ਕਰਨਾ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਜਾਣਕਾਰੀ ਜ਼ਰੂਰ ਮਿਲ ਗਈ ਹੈ। ਸੋ ਮੈਂ ਇਸ ਖੇਤ ਸਕੂਲ ਦੇ ਵਿੱਚ ਆਏ ਹੋਏ ਮਾਹਰਾਂ ਦਾ ਅਤੇ ਸੂਝਵਾਨ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ।